ਚਲੋ ਰਾਜੇ ਆਪਾਂ ਬਾਈਵੇਰੀਏਟ ਵੇਰੀਏਬਲਸ ਸਟਾਰਟ ਕਰਨ ਲੱਗੇ ਹਾਂ। ਬਾਈਵੇਰੀਏਟ ਰੈਂਡਮ ਵੇਰੀਏਬਲ ਕੀ ਹੁੰਦੇ ਆ? ਇਹਦੇ 'ਚ ਦੋ ਵੇਰੀਏਬਲ ਆ ਜਾਂਦੇ ਆ। ਜਿਵੇਂ ਆਪਾਂ ਪਹਿਲਾਂ ਵੀ ਡਿਸਕਸ ਕਰਦੇ ਹੁੰਦੇ ਸੀ ਨਾ ਵੀ ਫਸਟ ਈਅਰ 'ਚ ਰੀਅਲ ਐਨਾਲਿਸਿਸ ਪੜ੍ਹਦੇ ਹੁੰਦੇ ਸੀਗੇ, ਉਦੋਂ ਆਪਣੇ ਕੋਲੇ ਇੱਕ ਵੇਰੀਏਬਲ ਦੀ ਲਿਮਿਟ ਕੰਟੀਨਿਊਟੀ ਵਗੈਰਾ ਆ ਜਾਂਦੀ ਸੀ, ਫਿਰ ਹੌਲੀ ਹੌਲੀ ਦੋ ਵੇਰੀਏਬਲ ਦੀ। ਸੋ ਆਪਣੀ ਪ੍ਰੋਬਿਲਟੀ ਆ ਦੋ ਵੇਰੀਏਬਲ 'ਤੇ ਖਤਮ ਹੁੰਦੀ ਆ। ਬੇਸ਼ੱਕ ਇਹ ਐਨ ਵੇਰੀਏਬਲ ਵੀ ਹੋ ਸਕਦੇ ਆ, ਪਰ ਸ਼ੁਕਰ ਆ ਆਪਣੇ ਕੋਲੇ ਸਿਰਫ ਦੋ ਵੇਰੀਏਬਲ ਆ, ਜਿਹੜਾ ਉੱਥੇ ਇਹ ਖਤਮ ਕਰ ਦਿੰਦੇ ਆ। ਠੀਕ ਆ, ਸੋ ਦੋ ਵੇਰੀਏਬਲ ਦਾ ਆਪਾਂ ਡਿਸਕਸ ਕਰਦੇ ਹਾਂ। ਆਪਣੇ ਕੋਲੇ ਪ੍ਰੋਬਿਲਟੀ ਡੈਂਸਿਟੀ ਫੰਕਸ਼ਨ ਜਾਂ ਮਾਸ ਫੰਕਸ਼ਨ ਹੁਣ ਦੋ ਵੇਰੀਏਬਲ ਦਾ ਹੋਊਗਾ। ਡੈਂਸਿਟੀ ਫੰਕਸ਼ਨ ਜਦੋਂ ਵੀ ਹੋਊਗਾ ਉਦੋਂ ਇਹ ਦੋਵੇਂ ਹੀ ਕੰਟੀਨਿਊਸ ਹੋਣਗੇ। ਜਿਵੇਂ ਆਏ ਨਾ ਏ ਬੀ ਦੇ ਵਿੱਚ ਲਾਗੂ ਹੁੰਦੇ ਆ, ਸੀ ਡੀ ਦੇ ਵਿੱਚ ਵਾਈ ਆ ਗਿਆ, ਦੋ ਇੰਟਰਵਲ ਦੇ ਵਿੱਚ ਆ ਜਾਂਦੇ ਹੁੰਦੇ ਆ। ਅਤੇ ਡਿਸਕਰੀਟ ਦੇ ਕੇਸ 'ਚ ਜਿਵੇਂ ਇਹ ਐਕਸ 0 1 2 3 ਇਹੋ ਜਿਹੀਆਂ ਵੈਲਿਊ ਆਉਣਗੀਆਂ ਹੈ ਨਾ, ਵਾਈ ਦੀਆਂ ਆ ਗਈ 2 3 4 ਇੱਦਾਂ ਕੋਮੇ ਜਿਹੇ ਪਾ ਕੇ ਲਿਖੇ ਹੁੰਦੇ ਆ। ਉਵੇਂ ਦੋਵੇਂ ਡਿਸਕਰੀਟ ਦੋਵੇਂ ਕੰਟੀਨਿਊਸ ਹੋਣਗੇ। ਇਹ ਨਹੀਂ ਹੋ ਸਕਦਾ ਵੀ ਇੱਕ ਡਿਸਕਰੀਟ ਹੋਵੇ ਇੱਕ ਕੰਟੀਨਿਊਸ ਹੋਵੇ, ਇੱਦਾਂ ਕਦੇ ਨਹੀਂ ਹੁੰਦਾ। ਠੀਕ ਆ, ਸੋ ਆਪਾਂ ਹੁਣ ਥੋੜ੍ਹਾ ਜਿਹਾ ਮੈਂ ਇਹਦਾ ਟੇਬਲ ਬਣਾਉਣ ਲੱਗਾ। ਠੀਕ ਆ, ਟੇਬਲ ਵੀ ਅੱਛਾ, ਦੂਸਰੀ ਚੀਜ਼ ਇਹਦੀ ਪ੍ਰੋਬਿਲਟੀ ਹੈ ਜਿਹੜੀ ਫੰਕਸ਼ਨ ਆ ਉਹ ਹਮੇਸ਼ਾ ਹੀ ਰਾਜੇ ਇੱਦਾਂ ਦਿੱਤੀ ਹੋਇਆ ਕਰੂਗੀ, ਐਕਸ ਵਾਈ ਤੋਂ ਵਾਈ, ਅਤੇ ਇਹ ਵੀ 0 ਤੋਂ 1 ਦੇ ਵਿੱਚ ਹੀ ਹੁੰਦੀ ਹੈ। ਓਬਵੀਅਸਲੀ ਪ੍ਰੋਬਿਲਟੀ ਹਮੇਸ਼ਾ 0 ਤੋਂ 1 ਦੇ ਵਿੱਚ ਹੀ ਹੁੰਦੀ ਹੈ, ਅਤੇ ਇਹਨੂੰ ਹੀ ਆਪਾਂ ਐਫ ਐਕਸ ਵਾਈ ਵੀ ਦੇਖ ਸਕਦੇ ਹਾਂ। ਠੀਕ ਆ, ਸੋ ਇਹਦਾ ਮਤਲਬ ਇਹ ਹਮੇਸ਼ਾ 0 ਤੋਂ 1 ਦੇ ਵਿੱਚ ਹੋਊਗਾ, ਬਟ ਜਦੋਂ ਮਾਸ ਫੰਕਸ਼ਨ ਦੀ ਗੱਲ ਹੁੰਦੀ ਆ। ਠੀਕ ਹੈ, ਅਦਰਵਾਈਜ਼ ਕਿਉਂਕਿ ਪ੍ਰੋਬਿਲਟੀ ਫੰਕਸ਼ਨ ਜਿਹੜਾ ਡੈਂਸਿਟੀ ਫੰਕਸ਼ਨ ਦੇ ਕੇਸ 'ਚ ਇਹ ਸਿੱਧੀ ਪ੍ਰੋਬਿਲਟੀ ਨਹੀਂ ਦੱਸਦਾ ਹੁੰਦਾ। ਤੁਹਾਨੂੰ ਪਤਾ ਹੀ ਹੈ, ਇੰਟੀਗ੍ਰੇਸ਼ਨ ਦੇਖਣਾ ਪੈਂਦਾ ਹੁੰਦਾ ਆਪਾਂ ਨੂੰ। ਠੀਕ ਆ, ਸੋ ਉਹ ਚੀਜ਼ ਦਾ ਥੋੜ੍ਹਾ ਜਿਹਾ ਫਰਕ ਪੈ ਜਾਂਦਾ, ਪਰ ਉੱਥੇ ਵੀ ਇਹ ਪੋਜ਼ੀਟਿਵ ਤਾਂ ਹੁੰਦਾ ਹੀ ਆ ਪ੍ਰੋਬਿਲਟੀ ਡੈਂਸਿਟੀ ਫੰਕਸ਼ਨ ਦੇ ਕੇਸ 'ਚ, ਹੈ ਨਾ। ਪੋਜ਼ੀਟਿਵ ਤਾਂ ਉੱਥੇ ਵੀ ਹੁੰਦਾ ਹੀ ਆ। ਦੂਸਰੀ ਚੀਜ਼ ਇਹ ਆ ਵੀ ਇਹਦਾ ਜਿਹੜਾ ਸਮੇਸ਼ਨ ਆ ਉਹ ਕੀ ਹੁੰਦਾ ਵਾ ਪ੍ਰੋਬਿਲਟੀ ਮਾਸ ਫੰਕਸ਼ਨ ਦੇ ਕੇਸ 'ਚ। ਇੱਥੇ ਜੇ ਆਪਾਂ ਡਿਸਕਸ ਕਰੀਏ ਪ੍ਰੋਬਿਲਟੀ ਮਾਸ ਫੰਕਸ਼ਨ, ਇੱਥੇ ਡਿਸਕਸ ਕਰੀਏ ਪ੍ਰੋਬਿਲਟੀ ਡੈਂਸਿਟੀ ਫੰਕਸ਼ਨ, ਸਭ ਤੋਂ ਪਹਿਲਾਂ ਤਾਂ ਇਹ ਪੋਜ਼ੀਟਿਵ ਤਾਂ ਹੁੰਦਾ ਹੀ ਆ ਦੋਵਾਂ ਦੇ ਕੇਸ 'ਚ ਹੀ, ਪਰ ਇੱਕ ਹੋਰ ਚੀਜ਼ ਆ ਇਹਦੇ 'ਚ ਮਾਸ ਫੰਕਸ਼ਨ 'ਚ ਸਮੇਸ਼ਨ ਜਿਹੜਾ ਹੈ ਇਹਦਾ ਉਹ ਕੀ ਹੁੰਦਾ 1, ਪਰ ਐਤਕੀ ਸਮੇਸ਼ਨ ਦੀਆਂ ਵੈਲਿਊਜ਼ ਆ ਜਿਹੜੀਆਂ ਉਹ 2 ਹੋਣਗੀਆਂ ਐਕਸ ਵਾਈ, ਅਤੇ ਇਹਨੂੰ ਕਦੇ ਕਦੇ ਨਾ ਆਪਾਂ ਐਂ ਵੀ ਲਿਖ ਸਕਦੇ ਹਾਂ ਡਬਲ ਸਮੇਸ਼ਨ ਜਾਂ ਐਂ, ਹੈ ਨਾ। ਇਹ ਐਕਸ ਵਾਲਾ ਸਮੇਸ਼ਨ ਹੋ ਗਿਆ, ਇਹ ਵਾਈ ਦੀਆਂ ਵੈਲਿਊ ਵਾਲਾ ਸਮੇਸ਼ਨ ਹੋ ਗਿਆ, ਐਫ ਐਕਸ ਵਾਈ ਇਜ਼ ਇਕੁਅਲ ਟੂ 1। ਇਸੇ ਚੀਜ਼ ਨੂੰ ਹੀ ਆਪਾਂ ਐਂ ਵੀ ਲਿਖ ਸਕਦੇ ਹਾਂ। ਅਤੇ ਇੱਥੇ ਹੈ ਜਿਹੜਾ ਇਹ ਆਪਣੇ ਕੋਲੇ ਡਬਲ ਇੰਟੀਗ੍ਰੇਸ਼ਨ ਆ ਜਾਂਦਾ। ਇੱਥੇ ਐਕਸ ਵਾਲਾ, ਇੱਥੇ ਵਾਈ ਵਾਲਾ, ਚਾਹੇ ਵਾਈ ਵਾਲਾ ਉੱਧਰ ਐਕਸ ਵਾਲਾ ਉੱਧਰ, ਐਫ ਐਕਸ ਵਾਈ ਜੋ ਅੰਦਰ ਹੁੰਦਾ ਉਹਦਾ ਡੀ ਐਕਸ ਵੀ ਅੰਦਰ ਹੁੰਦਾ, ਜੋ ਬਾਹਰ ਹੁੰਦਾ ਉਹਦਾ ਡੀ ਵਾਈ ਵੀ ਬਾਹਰ ਹੁੰਦਾ। ਠੀਕ ਆ, ਅਤੇ ਇੰਟੀਗ੍ਰੇਸ਼ਨ ਡਬਲ ਕੀ ਹੈ, ਇਹ 1 ਹੁੰਦਾ। ਜੇ ਦੇਖਿਆ ਜਾਵੇ ਰਾਜੇ ਇਹ ਵੈਲਿਊਜ਼ ਆਪਣੇ ਕੋਲ ਕਿੰਨੀਆਂ ਹੁੰਦੀਆਂ ਸੀਗੀਆਂ, ਆਪਾਂ ਕਹਿ ਦਿੰਦੇ ਸੀਗੇ ਵੀ ਵੈਲਿਊਜ਼ ਤਾਂ ਪਤਾ ਨਹੀਂ ਹੈ, ਸੋ ਮਾਈਨਸ ਇਨਫਿਨਿਟੀ ਤੋਂ ਇਨਫਿਨਿਟੀ ਤੱਕ ਹੀ ਲਾ ਲਓ। ਸੋ ਇੱਥੇ ਮਾਈਨਸ ਇਨਫਿਨਿਟੀ ਤੋਂ ਇਨਫਿਨਿਟੀ ਤੱਕ ਲਾ ਲਈਆਂ। ਐਫ ਐਕਸ ਵਾਈ ਡੀ ਐਕਸ ਡੀ ਵਾਈ ਕੀ ਹੋਣਾ ਚਾਹੀਦਾ ਹੈ, ਇੰਟੀਗ੍ਰੇਸ਼ਨ 1 ਹੋਣਾ ਚਾਹੀਦਾ। ਸੋ ਇਹ ਉਹੀ ਕੰਡੀਸ਼ਨ ਆ, ਬਸ ਹੁਣ ਡਬਲ ਵੇਰੀਏਬਲ ਤੱਕ ਆਪਾਂ ਜਾਣਾ ਸ਼ੁਰੂ ਕਰ ਦਈਏ। ਠੀਕ ਹੈ, ਇੱਕ ਚੀਜ਼ ਆ ਰਾਜੇ ਇਹਦੇ 'ਚ ਨਾ ਥੋੜ੍ਹੀਆਂ ਜਿਹੀਆਂ ਚੀਜ਼ਾਂ ਵਧੀਆ ਨਵੀਆਂ ਦਿੱਤੀਆਂ ਹੋਈਆਂ। ਉਹ ਕੀ ਆ, ਇਹ ਕਹਿੰਦਾ ਜਦੋਂ ਤੁਸੀਂ ਇਕੱਲਾ ਪ੍ਰੋਬਿਲਟੀ ਫੰਕਸ਼ਨ ਮੰਨ ਲਓ ਆਪਣੇ ਕੋਲ ਐਫ ਐਕਸ ਵਾਈ ਦਿੱਤਾ ਹੋਇਆ, ਠੀਕ ਹੈ, ਇਹਨੂੰ ਕਹਿ ਦਿੰਦੇ ਜੁਆਇੰਟ ਪ੍ਰੋਬੇਬਿਲਟੀ ਫੰਕਸ਼ਨ। ਜੇ ਮੰਨ ਲਓ ਆਪਾਂ ਕੱਲਾ ਐਕਸ ਦਾ ਫੰਕਸ਼ਨ ਕੱਢਣਾ ਤਾਂ ਉਹਨੂੰ ਆਪਾਂ ਲਿਖਿਆ ਕਰਾਂਗੇ, ਇਸ ਕੇਸ 'ਚ ਕੱਲੀ ਐਕਸ ਦੀ ਪ੍ਰੋਬਿਲਟੀ ਵਾਲਾ ਵੀ ਫੰਕਸ਼ਨ ਨਿਕਲ ਜਾਂਦਾ ਵਾ, ਅਤੇ ਉਹਨੂੰ ਆਪਾਂ ਲਿਖਣਾ ਕੀ ਹੈ, ਐਫ ਐਕਸ ਐਕਸ। ਠੀਕ ਹੈ, ਅਤੇ ਇਹਨੂੰ ਲਿਖਦੇ ਆ ਮਾਰਜਨਲ ਪ੍ਰੋਬਿਲਟੀ ਫੰਕਸ਼ਨ। ਹੁਣ ਪ੍ਰੋਬਿਲਟੀ ਮਾਸ ਫੰਕਸ਼ਨ ਦੇ ਕੇਸ 'ਚ ਡਿਫਰੈਂਟ ਹੁੰਦਾ, ਡੈਂਸਿਟੀ ਫੰਕਸ਼ਨ ਦੇ ਕੇਸ 'ਚ ਡਿਫਰੈਂਟ ਹੁੰਦਾ। ਠੀਕ ਹੈ, ਐਫ ਵਾਈ ਫੰਕਸ਼ਨ ਆਫ ਐਕਸ ਸੌਰੀ, ਅਤੇ ਜੇ ਇੱਥੇ ਵਾਈ ਹੋਵੇ ਮਾਰਜਨਲ ਪ੍ਰੋਬਿਲਟੀ ਫੰਕਸ਼ਨ ਆਫ ਵਾਈ ਆ ਜਾਂਦਾ। ਹੁਣ ਜੇ ਪ੍ਰੋਬਿਲਟੀ ਮਾਸ ਫੰਕਸ਼ਨ ਦੇ ਕੇਸ 'ਚ ਉਹ ਅਲੱਗ ਤਰੀਕਾ ਇਹਨੂੰ ਲੱਭਣ ਦਾ, ਡੈਂਸਿਟੀ ਫੰਕਸ਼ਨ ਦੇ ਕੇਸ 'ਚ ਅਲੱਗ ਤਰੀਕਾ। ਦੇਖੋ ਮਾਸ ਫੰਕਸ਼ਨ ਦੇ ਕੇਸ 'ਚ ਕੀ ਆ, ਜੇ ਤੁਸੀਂ ਐਕਸ ਕੱਢਣਾ ਤਾਂ ਤੁਸੀਂ ਕੀ ਕਰੋਗੇ, ਵਾਈ ਦੀਆਂ ਸਾਰੀਆਂ ਵੈਲਿਊਜ਼ ਦਾ ਸਮ ਕਰ ਦੋਗੇ, ਮਤਲਬ ਕੱਲਾ ਸਮੇਸ਼ਨ ਲੱਗੂਗਾ ਸਿਰਫ ਵਾਈ ਦੇ ਉੱਪਰ। ਠੀਕ ਹੈ, ਇਹ ਧਿਆਨ ਰੱਖਿਓ, ਜੇ ਤੁਸੀਂ ਵਾਈ ਵਾਲਾ ਕੱਢਣਾ ਤਾਂ ਕੱਲਾ ਸਮੇਸ਼ਨ ਲੱਗੂਗਾ ਐਕਸ ਦੇ ਉੱਪਰ। ਜੇ ਤੁਸੀਂ ਡੈਂਸਿਟੀ ਫੰਕਸ਼ਨ ਕੱਢਣਾ ਤਾਂ ਸਮੇਸ਼ਨ ਦੀ ਜਗ੍ਹਾ ਬਸ ਇੰਟੀਗ੍ਰੇਸ਼ਨ, ਅਤੇ ਲਿਮਿਟ ਕਿਹਦੀਆਂ ਹੋਣਗੀਆਂ, ਕੱਲੀਆਂ ਵਾਈ ਦੀਆਂ। ਓਬਵੀਅਸਲੀ ਫਿਰ ਇੱਥੇ ਵੀ ਕੀ ਹੋਊਗਾ, ਡੀ ਵਾਈ। ਅਤੇ ਜੇ ਤੁਸੀਂ ਵਾਈ ਕੱਢਣਾ ਤਾਂ ਇੱਥੇ ਕੀ ਆਊਗਾ, ਕੱਲਾ
x ਦੀਆਂ ਲਿਮਿਟਸ ਤੇ ਇੱਥੇ dx, x ਦੀਆਂ ਲਿਮਿਟਸ ਜੋ ਵੀ ਦਿੱਤੀਆਂ ਹੋਣਗੀਆਂ। ਕਈ ਵਾਰੀ ਜਿਵੇਂ ਇੱਥੇ ਲਿਖ ਦਿੰਦੇ ਆ y 0 ਤੋਂ 1 ਤੋਂ 2 ਤੱਕ ਆ, ਤਾਂ ਇਹ ਸਮੇਸ਼ਨ ਕੀ ਹੋ ਜਾਊਗਾ y 0 ਤੋਂ 2 fxy, ਮਤਲਬ ਕੱਲੀ y ਦੀ ਵੈਲਿਊ ਭਰੀ ਜਾਵਾਂਗੇ, x ਨੂੰ ਛੱਡੀ ਜਾਵਾਂਗੇ। ਉਵੇਂ ਇੱਥੇ ਜੇ ਦਿੱਤਾ ਹੋਇਆ y a ਤੋਂ b, ਤੇ ਇੱਥੇ ਸਮੇਸ਼ਨ ਕੀ ਆ ਜਾਊਗਾ a ਤੋਂ b ਆ ਜਾਊਗਾ, x ਨੂੰ ਕੌਂਸਟੈਂਟ ਮੰਨ ਲਾਂਗੇ, ਉਹਨੂੰ ਬਾਹਰ ਕੱਢ ਲਾਂਗੇ, dy ਉਹਦਾ ਇੰਟੀਗ੍ਰੇਸ਼ਨ ਕਰ ਦਾਂਗੇ। ਇਵੇਂ ਹੀ x ਨੂੰ ਡੀਲ ਕਰਨਾ ਆਪਾਂ, ਠੀਕ ਹੈ। ਹੁਣ ਪ੍ਰੋਬੇਬਿਲਿਟੀ ਕਮੂਲੇਟਿਵ ਡਿਸਟ੍ਰੀਬਿਊਸ਼ਨ ਫੰਕਸ਼ਨ, ਓਬਵੀਅਸਲੀ ਕਮੂਲੇਟਿਵ ਡਿਸਟ੍ਰੀਬਿਊਸ਼ਨ ਫੰਕਸ਼ਨ ਕੀ ਹੋਊਗਾ ਤੁਹਾਨੂੰ ਕਲੀਅਰ ਹੀ ਹੈ। ਆਪਾਂ ਲਿਖਦੇ ਹੁੰਦੇ ਸੀ ਕੈਪੀਟਲ fx ਨੂੰ ਇੱਦਾਂ, ਹੁਣ ਇੱਥੇ y ਵੀ ਨਾਲ ਆ ਜਾਊਗੀ। ਜੇ ਗੌਰ ਨਾਲ ਦੇਖੋ ਅੱਗੇ ਕੀ ਹੁੰਦਾ ਸੀ, ਜੇ ਸਮੇਸ਼ਨ ਆਪਾਂ ਡਿਸਕਸ ਕਰਨਾ ਡਿਸਕ੍ਰੀਟ ਦੇ ਕੇਸ 'ਚ, ਹੈ ਨਾ, ਡਿਸਕ੍ਰੀਟ ਦੇ ਕੇਸ 'ਚ ਤਾਂ ਕੀ ਆਊਗਾ ਅੱਗੇ ਆਪਾਂ w, ਹੈ ਨਾ, ਜ਼ਿਆਦਾ ਤੁਹਾਨੂੰ w ਲੈਸ ਦੈਨ x ਪਾਇਆ ਸੀ ਨਾ, ਇੱਥੇ w1 ਪਾਤਾ ਲੈਸ ਦੈਨ x, w2 ਲੈਸ ਦੈਨ y, ਅਤੇ ਇੱਥੇ fw ਸੀ, ਇੱਥੇ ਹੁਣ w1 w2 ਆ ਜਾਊਗਾ, ਠੀਕ ਹੈ। ਚੀਜ਼ ਉਹੀ ਹੈ, ਉਹ ਯਾਦ ਆ ਤੁਹਾਨੂੰ ਗ੍ਰੇਟੈਸਟ ਇੰਟੀਜ਼ਰ ਵਾਲੀ ਗੱਲ, ਉਹ ਗ੍ਰੇਟੈਸਟ ਇੰਟੀਜ਼ਰ ਇੱਥੇ ਸੈੱਟ ਕਰ ਲਾਂਗੇ ਆਪਾਂ, ਗ੍ਰੇਟੈਸਟ ਇੰਟੀਜ਼ਰ ਆਫ y, ਗ੍ਰੇਟੈਸਟ ਇੰਟੀਜ਼ਰ ਆਫ x। ਅਤੇ ਜਦੋਂ ਇਹ ਤਾਂ ਹੋ ਗਿਆ ਕੰਟੀਨਿਊਸ ਡਿਸਕ੍ਰੀਟ ਦੇ ਕੇਸ 'ਚ, ਡਿਸਕ੍ਰੀਟ ਰੈਂਡਮ ਵੇਰੀਏਬਲ। ਹੁਣ ਜੇ ਕੰਟੀਨਿਊਸ ਰੈਂਡਮ ਵੇਰੀਏਬਲ ਦੀ ਗੱਲ ਕਰੀਏ ਤਾਂ ਇਹੀ ਚੀਜ਼ ਨੂੰ ਕਿਵੇਂ ਲਿਖਾਂਗੇ, -∞ ਤੋਂ x, -∞ ਤੋਂ y, fxy d, ਇਹ y ਦੀਆਂ ਲਿਮਿਟਸ ਆ ਗਈਆਂ dy dx, ਠੀਕ ਹੈ, ਇਹ ਚੀਜ਼ ਬਣ ਜੇਗੀ। ਜਾਂ ਇਸੇ ਨੂੰ ਹੀ ਆਪਾਂ ਐਂ ਵੀ ਲਿਖ ਸਕਦੇ ਹਾਂ, -∞ ਤੋਂ y, -∞ ਤੋਂ x, fxy dx dy। ਇਹ ਮੈਂ ਤੁਹਾਨੂੰ ਸਿਖਾਊਂਗਾ ਵੀ ਇਹ ਕਿਵੇਂ ਲਿਖਿਆ ਜਾ ਸਕਦਾ, ਹਜੇ ਇੱਦਾਂ ਨਹੀਂ ਡਾਇਰੈਕਟ ਨਹੀਂ ਪਤਾ ਲੱਗਦਾ ਹੁੰਦਾ। ਅੱਛਾ, ਜੇ ਹੁਣ ਤੁਸੀਂ ਇਕੱਲਾ ਕੱਢਣਾ, ਮੰਨ ਲਓ ਤੁਹਾਡਾ ਵਿਚਾਰ ਆ ਰਿਹਾ ਵੀ ਅਸੀਂ ਮਾਰਜਨਲ ਡਿਸਟ੍ਰੀਬਿਊਸ਼ਨ ਫੰਕਸ਼ਨ ਕਹਿ ਦਿੰਦੇ ਇਹਨੂੰ, ਮਾਰਜਨਲ ਡਿਸਟ੍ਰੀਬਿਊਸ਼ਨ ਫੰਕਸ਼ਨ, ਮਤਲਬ ਕਮੂਲੇਟਿਵ ਡਿਸਟ੍ਰੀਬਿਊਸ਼ਨ ਫੰਕਸ਼ਨ ਇਕੱਲਾ x ਦਾ, ਤਾਂ ਉਹਨੂੰ ਕਿਵੇਂ ਕੱਢੀਦਾ। ਵੈਸੇ ਕੀ ਬਣੂਗਾ, ਇਹ ਬਣ ਜੂਗਾ ਨਾ, ਇਹੀ ਹੁੰਦਾ ਸੀ ਨਾ ਇਕੱਲਾ x ਦਾ, ਪਰ ਇਹਦੇ 'ਚ ਦੇਖੋ ਆਪਣੇ ਕੋਲ ਇਸ ਟਾਈਮ y ਵੀ ਐਜ਼ ਏ ਵੇਰੀਏਬਲ, ਸੋ y ਦੀ ਵੈਲਿਊ ਤਾਂ ਆਪਾਂ ਨੂੰ ਦੱਸੀ ਨਹੀਂ ਹੋਈ ਇਹਨਾਂ ਨੇ, ਸੋ ਇਹਦਾ ਮਤਲਬ x ਤਾਂ ਜੋ ਮਰਜ਼ੀ ਹੋਵੇ, ਅਤੇ ਇਹਦਾ ਮਤਲਬ ਸੌਰੀ x ਤਾਂ ਸਮਾਲ ਦੈਨ x ਚਾਹੀਦਾ, ਸਮਾਲ x ਤੋਂ x ਜਿਹੜਾ ਹੈਗਾ ਉਹ ਤਾਂ ਆਪਣੇ ਕੋਲੇ ਲੈਸ ਦੈਨ ਇਕੁਅਲ ਟੂ x ਆਊਗਾ, ਪਰ y ਹੈ ਜਿਹੜਾ ਉਹ ਜਿੰਨਾ ਮਰਜ਼ੀ ਹੋ ਸਕਦਾ, ਇਹਦਾ ਮਤਲਬ y ਕੀ ਇਨਫਿਨਿਟੀ ਤੱਕ ਜਾ ਸਕਦਾ, ਕੋਈ ਚੱਕਰ ਹੀ ਨਹੀਂ ਹੈ, ਹੈ ਨਾ। ਸ਼ੁਰੂ ਦੇਖੋ, ਸ਼ੁਰੂ ਦਾ ਨਹੀਂ ਆਪਾਂ ਨੂੰ ਪਤਾ, ਮਤਲਬ y ਹੈ ਜਿਹੜਾ ਉਹਦੇ 'ਤੇ ਕੋਈ ਰਿਸਟ੍ਰਿਕਸ਼ਨ ਨਹੀਂ ਹੈ। ਓਬਵੀਅਸਲੀ ਫਿਰ ਜਿੰਨੀ ਵੀ ਵੈਲਿਊ y ਦੀ ਦਿੱਤੀ ਹੋਊਗੀ ਉਹ ਰਹਿ ਜਾਊਗੀ ਆਪਣੇ ਕੋਲੇ, ਠੀਕ ਹੈ। ਸੋ ਇੱਥੇ ਕੀ ਆਊਗਾ, -∞ ਤੋਂ x ਤੱਕ ਜਾਵਾਂਗੇ ਆਪਾਂ। ਇੱਕ ਚੀਜ਼ ਯਾਦ ਰੱਖਿਓ, ਵੇਰੀਏਬਲ ਵਾਲੀ ਜਿਹੜੀ ਚੀਜ਼ ਆ ਉਹਨੂੰ ਬਾਹਰ ਹੀ ਰੱਖਾਂਗੇ, ਖਾਸ ਤੌਰ 'ਤੇ ਜਿਵੇਂ x ਆ ਨਾ ਇੱਥੇ, ਸੋ x ਵਾਲੀ ਲਿਮਿਟ ਇਹ ਬਾਹਰ ਰੱਖਾਂਗੇ। ਉਸ ਤੋਂ ਬਾਅਦ y ਹੈ ਜਿਹੜੀ ਉਹ ਕਿੱਥੋਂ ਤੱਕ ਜਾਂਦੀ ਹੈ, -∞ ਤੋਂ ∞ ਤੱਕ, ਇੱਥੇ ਇਹ ਵੀ ਲਿਖ ਸਕਦੇ ਆਪਾਂ -∞ ਤੋਂ ∞ ਤੱਕ। fxy ਇਹ y ਦੀਆਂ ਲਿਮਿਟ ਅੰਦਰ ਆ, ਸੋ ਇੱਥੇ dy ਅੰਦਰ ਰਹੂਗਾ, ਬਾਹਰ ਕੀ ਜਾਊਗਾ dx, ਠੀਕ ਆ। ਓਬਵੀਅਸਲੀ ਇੱਥੋਂ ਫਿਰ ਤੁਸੀਂ ਉਹ ਵੀ ਕੈਲਕੂਲੇਟ ਕਰ ਸਕਦੇ ਹੋ, fy ਕੀ ਆਊਗਾ, y ਲੈਸ ਦੈਨ ਇਕੁਅਲ ਟੂ ਸਮਾਲ y, x ਆ ਜਿਹੜੀ ਉਹ -∞ ਤੋਂ ∞ ਤੱਕ ਜਾ ਸਕਦੀ ਹੈ, y ਹੈ ਜਿਹੜੀ ਉਹ ਕਿੱਥੋਂ ਤੱਕ ਜਾਊਗੀ, ਓਬਵੀਅਸਲੀ y ਤੱਕ ਹੀ। ਸੋ ਵੇਰੀਏਬਲ ਵਾਲੀ ਚੀਜ਼ ਉਹਨੂੰ ਬਾਹਰ ਰੱਖ ਲਈ ਦੀ ਹੈ। ਓਬਵੀਅਸਲੀ ਇੱਕ ਚੀਜ਼ ਨਾ y ਤਾਂ -∞ ਤੋਂ ਸ਼ੁਰੂ ਹੁੰਦੀ ਹੈ, ਜਾਊਗੀ y ਤੱਕ, ਅਤੇ ਇੱਥੇ -∞ ਤੋਂ ∞, ਵੇਰੀਏਬਲ ਬਾਹਰ ਰੱਖਣਾ ਹੁੰਦਾ ਆਪਾਂ। fxy ਇੱਥੇ ਹੁਣ ਅੰਦਰ ਲਿਮਿਟ ਕੀ ਹੈ dx ਦੀ, ਬਾਹਰ ਕੀ ਹੈ dy, ਸੋ ਇਹ ਚੀਜ਼ ਆ ਗਈ, ਠੀਕ ਹੈ ਜੀ। ਅੱਛਾ, ਹੁਣ ਇੱਕ ਚੀਜ਼ ਹੋਰ ਆ, ਜੇ ਆਪਾਂ ਤੁਸੀਂ ਇਹਦਾ ਡੈਰੀਵੇਟਿਵ ਕਰੋ ਤਾਂ ਕੀ ਆਊਗਾ, ਜੇ ਆ ਦੇਖੋ, ਜੇ ਇਹਦਾ ਡੈਰੀਵੇਟਿਵ ਕਰੋ ਵਿਦ ਰਿਸਪੈਕਟ ਟੂ x, ਅਤੇ ਇਹ ਇੰਟੀਗ੍ਰੇਸ਼ਨ ਬਾਹਰਲਾ ਕੱਟਿਆ ਜਾਊਗਾ, ਹੈ ਨਾ, ਅਤੇ ਅੰਦਰ ਕੀ ਰਹਿ ਜਾਊਗਾ, ਇਹ dx ਵੀ ਕੱਟਿਆ ਜਾਊ, ਅੰਦਰ ਆਹੀ ਚੀਜ਼ ਰਹਿ ਜੂਗੀ, ਅਤੇ ਇਹ ਕੀ ਬਣ ਗਿਆ -∞ ਤੋਂ ∞, fxy dy। ਅਤੇ ਮੈਂ ਪੁੱਛੇ ਤੁਹਾਨੂੰ ਦੱਸਿਆ ਹੋਇਆ ਕਿ ਜੇ ਲਿਮਿਟਸ y ਦੀਆਂ ਹੈਗੀਆਂ ਇੱਥੇ dy, ਅਤੇ ਇਹ ਕੀ ਹੁੰਦਾ fx ਸਮਾਲ x। ਸੋ ਇਹ ਫਾਰਮੂਲਾ ਆਪਣਾ ਇੱਥੇ ਲੱਗਦਾ ਕਿ ਕਮੂਲੇਟਿਵ ਡਿਸਟ੍ਰੀਬਿਊਸ਼ਨ ਫੰਕਸ਼ਨ ਦਾ ਡੈਰੀਵੇਟਿਵ ਕਰ ਦਿਓ ਸਮਾਲ ਪ੍ਰੋਬੇਬਿਲਿਟੀ ਮਾਸ ਫੰਕਸ਼ਨ, ਜਾਂ ਸੌਰੀ ਡੈਂਸਿਟੀ ਫੰਕਸ਼ਨ ਆਪਣੇ ਕੋਲੇ ਬਣ ਜਾਂਦਾ। ਅਤੇ ਉਸ ਤੋਂ ਬਾਅਦ fy ਦਾ ਓਬਵੀਅਸ ਜੀ ਗੱਲ ਆ, ਉਹ ਤਾਂ ਇਹਦਾ ਡੈਰੀਵੇਟਿਵ ਕਰੋਗੇ ਆਪਣੇ ਕੋਲੇ ਸਮਾਲ fy ਬਣ ਜੂਗਾ, ਠੀਕ ਹੈ। ਇਹ ਚੀਜ਼ ਆ, ਬਸ ਇਹ ਯਾਦ ਰੱਖ ਲਿਓ, ਇਹਦੇ 'ਚ ਕੁਛ ਨਹੀਂ ਹੈ, ਹੈ ਨਾ। ਉਸ ਤੋਂ ਬਾਅਦ ਕੰਡੀਸ਼ਨਲ ਪ੍ਰੋਬੇਬਿਲਿਟੀ ਦੀ ਗੱਲ ਕਰ ਰਹੇ ਆ। ਕੰਡੀਸ਼ਨਲ ਪ੍ਰੋਬੇਬਿਲਿਟੀ ਇਹ ਤੁਹਾਨੂੰ ਯਾਦ ਆ, ਮੇ ਬੀ ਨਹੀਂ ਯਾਦ, ਪ੍ਰੋਬੇਬਿਲਿਟੀ ਆਫ A ਕੰਡੀਸ਼ਨ B ਹੁੰਦੀ ਸੀਗੀ ਆਪਣੇ ਕੋਲੇ,
ਪ੍ਰੋਬਿਲਟੀ ਆਫ A ਇੰਟਰਸੈਕਸ਼ਨ B, ਪ੍ਰੋਬਿਲਟੀ ਆਫ B ਆ ਜਾਂਦੀ ਸੀ, ਹੈ ਨਾ। ਅਤੇ ਜਿਹੜੀ ਇੰਟਰਸੈਕਸ਼ਨ ਆ ਨਾ, ਇਹਨੂੰ ਆਪਾਂ ਇੱਥੇ A ਵੀ ਲਿਖ ਦਿੰਦੇ ਹਾਂ ਕਈ ਵਾਰੀ, ਠੀਕ ਆ। ਅਤੇ ਹੁਣ ਇੱਕ ਚੀਜ਼ ਆ ਆਪਣੇ ਕੋਲ, ਜਦੋਂ ਇਹ ਫੰਕਸ਼ਨ ਆ ਕੰਡੀਸ਼ਨਲ ਫੰਕਸ਼ਨ ਹੁੰਦਾ, ਕੰਡੀਸ਼ਨਲ ਪ੍ਰੋਬੇਬਿਲਿਟੀ ਡੈਂਸਿਟੀ ਫੰਕਸ਼ਨ, ਠੀਕ ਹੈ ਜੀ। ਹੁਣ ਇਹਦੇ 'ਚ ਕੀ ਆ, FY ਕੰਡੀਸ਼ਨ X ਦਿੱਤਾ ਹੋਇਆ, ਇਹਦਾ ਮਤਲਬ ਕੀ ਹੈ ਕਿ ਕਈ ਵਾਰੀ ਇਹਨੂੰ ਨਾ ਆਹ ਜਿਵੇਂ X ਆ ਚੁੱਕਿਆ, Y ਦੀ ਪ੍ਰੋਬਿਲਟੀ ਦੱਸੋ, ਇਹਦਾ ਮਤਲਬ ਇਹ ਹੁੰਦਾ। ਕਈ ਵਾਰੀ ਇਹਨੂੰ ਇਹ ਵੀ ਲਿਖ ਦਿੰਦੇ ਆ ਇਕੱਲਾ, ਇਹਦੀ ਪ੍ਰੋਬਿਲਟੀ ਕੀ ਹੁੰਦੀ ਆ, ਜਿਵੇਂ ਇਹਨੂੰ ਧਿਆਨ 'ਚ ਰੱਖ ਕੇ ਬਣਾਈ ਹੋਈ ਆ, FXY, ਮਤਲਬ ਇਹ ਜੁਆਇੰਟ ਫੰਕਸ਼ਨ ਜਿਹੜਾ ਦਿੱਤਾ ਹੋਊਗਾ ਆਪਾਂ ਨੂੰ, ਅਤੇ ਨੀਚੇ ਇਹਦੀ ਪ੍ਰੋਬਿਲਟੀ ਇਕੱਲੇ ਦੀ, ਠੀਕ ਆ। ਅਤੇ ਜੇ XY ਦੀ ਪ੍ਰੋਬਿਲਟੀ ਕੱਢਣੀ ਹੋਵੇ, ਇਹਨੂੰ ਇੱਦਾਂ ਵੀ ਲਿਖ ਦਿੰਦੇ ਆ, ਜੁਆਇੰਟ ਫੰਕਸ਼ਨ ਉੱਪਰ ਜਿਹੜਾ ਦਿੱਤਾ ਹੁੰਦਾ ਸਟੇਟਮੈਂਟ 'ਚ, ਅਤੇ ਨੀਚੇ ਇਕੱਲੀ Y ਦੀ ਪ੍ਰੋਬਿਲਟੀ। ਇਹ ਤੁਹਾਡੇ ਕੋਲ ਸਾਰੇ ਫੰਕਸ਼ਨ ਮੈਂ ਡਿਫਾਈਨਡ ਕਰਤੇ। ਉਸ ਤੋਂ ਬਾਅਦ X ਅਤੇ Y ਇੰਡੀਪੈਂਡੈਂਟ, ਯਾਦ ਆ ਤੁਹਾਨੂੰ ਵੀ ਜਦੋਂ ਤੁਸੀਂ ਕਹਿੰਦੇ ਹੁੰਦੇ ਸੀਗੇ A ਅਤੇ B ਇੰਡੀਪੈਂਡੈਂਟ ਹੁੰਦੇ ਆ, ਤਾਂ A ਜਿਹੜੀ ਹੈ ਇੰਟਰਸੈਕਸ਼ਨ ਪ੍ਰੋਡਕਟ 'ਚ ਬਦਲ ਜਾਂਦੀ ਆ। ਉਵੇਂ ਹੀ X ਐਂਡ Y ਹੈ ਜਿਹੜੇ ਇੰਡੀਪੈਂਡੈਂਟ ਜਦੋਂ ਹੋ ਜਾਂਦੇ ਆ, ਤਾਂ ਕੀ ਹੁੰਦਾ, ਇਹਨਾਂ ਦਾ ਜਿਹੜਾ ਜੁਆਇੰਟ ਫੰਕਸ਼ਨ ਦਿੱਤਾ ਹੁੰਦਾ ਨਾ, ਇਹ ਇਕੱਲੇ ਇਕੱਲੇ ਫੰਕਸ਼ਨ 'ਚ ਸੈਪਰੇਟ ਹੋ ਜਾਂਦਾ। ਪਰ ਆਪਾਂ ਇਹਨੂੰ ਇੱਥੇ XY ਲਿਖਦੇ ਹੁੰਦੇ ਹਾਂ, ਇੱਥੇ X ਲਿਖਦੇ ਹੁੰਦੇ ਹਾਂ, ਇੱਥੇ Y ਲਿਖਦੇ ਹੁੰਦੇ ਹਾਂ, ਠੀਕ ਹੈ। ਇਕੱਲੇ ਇਕੱਲੇ ਫੰਕਸ਼ਨ ਦੀ ਪ੍ਰੋਡਕਟ ਹੋ ਜਾਂਦੀ ਹੈ। ਚਲੋ ਇਸ ਤੋਂ ਬਾਅਦ ਮੈਂ ਕੁਐਸਚਨ ਐਗਜ਼ਾਮਪਲ ਰਾਜੇ ਮੈਂ ਐਗਜ਼ਾਮਪਲ ਕਰਾਉਣ ਲੱਗਾ, ਕਿਉਂਕਿ ਇਹਦੀਆਂ ਬਹੁਤ ਲੈਂਥੀ ਐਗਜ਼ਾਮਪਲਾਂ। ਜਿਹੜੀ ਪਹਿਲੀ ਐਗਜ਼ਾਮਪਲ ਆ, ਠੀਕ ਆ, ਇਹਦੇ 'ਚ ਇੱਕ ਮਿੰਟ ਕੰਡੀਸ਼ਨਲ ਵੀ ਆਈ ਹੋਈ ਆ, ਆਲਮੋਸਟ ਸਾਰਾ ਕੁਝ ਡਿਸਕਸ ਹੋਇਆ। ਸੋ ਐਗਜ਼ਾਮਪਲ ਕਾਫੀ ਲੈਂਥੀ ਆ, ਮੈਂ ਇਹੀ ਕਰਵਾ ਦੇਣੀ ਆ, ਠੀਕ ਆ। ਬਾਕੀ ਕੰਟੀਨਿਊਸ ਵਾਲੀ ਇੱਕ ਐਗਜ਼ਾਮਪਲ ਕਰਵਾਊਂਗਾ, ਠੀਕ ਆ, ਕਿਉਂਕਿ ਉਹਦਾ ਇੰਟੀਗ੍ਰੇਸ਼ਨ ਦੇਖਣਾ ਥੋੜ੍ਹਾ ਜਿਹਾ ਔਖਾ ਲੱਗਦਾ ਹੁੰਦਾ ਤੁਹਾਨੂੰ। ਉਸ ਤੋਂ ਬਾਅਦ ਆਪਾਂ ਦੇਖਾਂਗੇ ਅੱਗੇ ਕਿਵੇਂ ਜਾਣਾ, ਠੀਕ ਆ। ਚਲੋ ਆਪਣੇ ਕੋਲ ਇਹਨਾਂ ਨੇ ਇੱਕ ਟੇਬਲ ਦਿੱਤਾ ਹੋਇਆ, ਮੈਂ ਟੇਬਲ ਬਣਾਉਣ ਲੱਗਾ। ਇਹ ਟੇਬਲ ਨੂੰ ਨਾ ਥੋੜ੍ਹਾ ਜਿਹਾ ਧਿਆਨ 'ਚ ਰੱਖ ਕੇ ਆਪਾਂ ਪੂਰਾ ਕਰਿਆ ਕਰਨਾ। ਜੋ ਇਹ ਹੈਗਾ Y, ਇਹ ਹੈਗਾ X, ਇਹ ਤਿੰਨ ਵੈਲਿਊਜ਼ ਆ 0 1 2 3। ਇੱਥੇ ਇੱਕ ਬਾਕਸ ਖਾਲੀ ਛੱਡ ਲਈਦਾ ਹੁੰਦਾ, ਅਤੇ ਇੱਧਰ 4 ਆ, 1 2 3 4, ਇਹ ਬਾਕਸ ਖਾਲੀ ਛੱਡ ਲਈਦਾ ਹੁੰਦਾ। ਇੱਕ ਚੀਜ਼ ਦੇਖੋ ਰਾਜੇ, ਇਹਨਾਂ ਨੇ ਨਾ ਪ੍ਰੋਬਿਲਟੀਜ਼ ਦਿੱਤੀਆਂ, ਇਹਦਾ ਮਤਲਬ ਕੀ ਹੁੰਦਾ 1 ਅਤੇ 0 'ਤੇ, ਮਤਲਬ X ਦੀ ਵੈਲਿਊ ਜਦੋਂ 1, ਇਹ ਪ੍ਰੋਬਿਲਟੀ ਮਾਸ ਫੰਕਸ਼ਨ ਆ। ਸਭ ਤੋਂ ਪਹਿਲਾਂ ਡਿਸਕਰੀਟ ਦੇ ਕੇਸ 'ਚ ਕਰਨ ਲੱਗੇ ਹਾਂ, ਬਟ ਡਿਸਕਰੀਟ ਰੈਂਡਮ ਵੇਰੀਏਬਲ, ਠੀਕ ਹੈ। ਪ੍ਰੋਬਿਲਟੀ ਮਾਸ ਫੰਕਸ਼ਨ ਆ 1 ਅਤੇ 0 'ਤੇ ਵੈਲਿਊ, X ਦੀ ਵੈਲਿਊ 1, Y ਦੀ ਵੈਲਿਊ 0, ਇਹ 'ਤੇ ਪ੍ਰੋਬਿਲਟੀ ਦਿੱਤੀ ਆ 3/36, ਠੀਕ ਹੈ। ਫਿਰ X ਦੀ ਵੈਲਿਊ 1, Y ਦੀ ਵੈਲਿਊ 1, ਇਹ ਵੈਲਿਊ ਦਿੱਤੀ ਹੈ, ਇਹ ਵੀ 3/36, ਸਮਝ ਲੱਗ ਗਈ। X ਦੀ ਵੈਲਿਊ 1, Y ਦੀ ਵੈਲਿਊ 2 'ਤੇ ਦਿੱਤੀ ਹੈ 2/36। ਇੱਦਾਂ ਹੀ ਕਰਕੇ ਸਾਰੀਆਂ ਵੈਲਿਊਜ਼ ਭਰੀਆਂ ਹੋਈਆਂ ਇਹਨਾਂ ਨੇ, 1/36, 3/36, 4/36, 2/36, 4/36, 1/36। ਅੱਛਾ ਇੱਕ ਚੀਜ਼ ਦੇਖੋ, ਹੁਣ ਜਦੋਂ ਮੈਂ ਤੁਹਾਨੂੰ ਕਿਹਾ ਸੀ ਕਿ ਪ੍ਰੋਬਿਲਟੀ ਮਾਸ ਫੰਕਸ਼ਨ ਇਕੱਲੇ X ਦਾ, ਉਹਨੂੰ ਆਪਾਂ ਐਂ ਵੀ ਲਿਖ ਸਕਦੇ ਹਾਂ, ਉਹਨੂੰ ਆਪਾਂ ਐਂ ਵੀ ਲਿਖ ਸਕਦੇ ਹਾਂ। ਇਹਦੀ ਵੈਲਿਊ ਕੀ ਹੁੰਦੀ ਹੈ ਮਾਸ ਫੰਕਸ਼ਨ ਦੇ ਕੇਸ 'ਚ, ਸਮੇਸ਼ਨ ਕੱਲੀਆਂ Y ਦੀਆਂ ਵੈਲਿਊਜ਼ ਦਾ ਸਮ, ਹੈ ਨਾ। ਹੁਣ ਇੱਕ ਚੀਜ਼ ਮੈਨੂੰ ਦੱਸੋ, Y ਕਿੱਥੋਂ ਤੱਕ ਜਾਂਦੀ ਹੈ, 0 1 2 3, 0 ਤੋਂ 3 ਤੱਕ ਭਰੋ ਇਹਦੇ 'ਚ। X0, X1, X2,
x3 ठीक है। हुण जानी कि अपने कोले एफ एक्स आ जिहड़ा ये इहदे बराबर आ गया। ਹੁਣ ਜੇ मैं ये एक्स की वैल्यू कितनी है 1 तो वैल्यू कढ़नी चाहना वो कितनी आऊगा कितनी आऊगी एक्स की जगह 1 0 1 1 1 2 1 3 हुण वैल्यू देखो किहड़ियां किहड़ियां 1 0 किहड़ी आ 1 0 आ पई 3/36 1 1 किहड़ी आ पई ना 3/36 1 2 2/36 1 3 2/36 जे तुसीं गौर नाल देखो ये सारियां वैल्यू कित्थे पईयां होईयां पहली रो च पईयां होईयां फस्ट रो यानी कि फस्ट रो दीयां सारियां वैल्यू दा सम 3 3 6 2 8 2 10 10/36 सो इदां करदे आ ਜਿਹੜੀ यानी कि F1 ਤੇ वैल्यू है ना ਜਿਹੜੀ ਉਹ ਇਹਨਾਂ ਸਾਰੀਆਂ ਦਾ ਸਮ ਕਰਕੇ ਇੱਥੇ ਲਿਖ ਦਈਦੀ ਹੈ। ਸੋ ਇੱਥੇ ਮੈਂ ਐਂ ਲਿਖ ਲਿਆ ਇੱਥੇ ਮੈਂ ਲਿਖ ਲਿਆ f(x) मतलब x ਦੀ ਵੈल्यू 1 ਭਰੋਂਗੇ ਇਹ ਆ ਗਿਆ 2 ਭਰੋਂਗੇ ਤਾਂ 1 3 4 3 7 7 2 9 9 नहीं 10 ਆਊਗਾ ਨਾ 4 2 6 3 9 ਤੇ 10 10/36 ਕੋਈ ਇਹ ਆ ਗਿਆ 3 ਭਰੋਂਗੇ ਤਾਂ ਕਿੰਨੀ ਆਊਗੀ 7/36 ਯਾਨੀ ਕਿ ਰੋ ਵਾਈਜ਼ ਸਮ ਕਰਾਂਗੇ ਤਾਂ x ਦੀਆਂ ਵੈਲਿਊ ਆਈ ਜਾਣੀਆਂ ਆਪਣੇ ਕੋਲੇ ਤੇ ਦੂਸਰੇ ਲੋਟ y ਦੀ ਵੈਲਿਊ ਕੱਢਣੀ ਆ ਤਾਂ ਇਹ ਇਸ ਤਰੀਕੇ ਨਾਲ ਸਮ ਕਰੀ ਜਾਵਾਂਗੇ ਜਦੋਂ ठीक है। जे मैं तुहानूं करके दिखावां तो इत्थे इत्थे कर लैंदे आ क्योंकि हजे तो अपना क्वेश्चन स्टार्ट ही है। जे तुसीं FY कढ़ना तो की करोगे तुसीं एक्स दीयां वैल्यू दा सम करोगे ना की आऊगा एक्स दीयां वैल्यू कितनियां वा 1 2 3 4 1 तो 4 तक तो ये आऊगा F1Y 2Y 3Y 4Y 1 की वैल्यू कड्डो FY1 FY0 सॉरी 0 1 0 2 0 3 0 4 0 सो देखो ये की है 1 0 2 0 3 0 4 0 ये सारियां ही आ गई ना इन्हां दा सम कितना आ गया इन्हां सारियां दा सम करना आपां ये आ गया अपने कोले 9/36 फिर आ गया 9/36 ये आ गया 8/36 ये आ गया 10/36 तो राजे इत्थे है ना इन्हां सारियां दा सम करके देखो 10 10 20 20 ते 7 27 ते 9 36 36/36 1 इधरों करो 9 9 18 18 9 26 26 10 36 36/36 1 सो इन्हां दा टोटल ये आ जांदा जां तुसीं ये सारियां वैल्यू जड़ियां इत्थों तो लैके देखी चलो पैन कित्थे मूव होंदा ये जिहड़ा बॉक्स आ लास्ट रो तो लास्ट कॉलम छड्ड के जिहड़ा बॉक्स आ ਜਿਹੜੀਆਂ च ये सारियां वैल्यूज़ आ इन्हां दा सम करके देख लो भी 1 ही बनूगा ठीक है। सो इदां आपां इत्थों इकल्ला फंक्शन भी कढ सकते हैं ठीक है। हुण दूसरी गल आ हुण ये क्वेश्चन देखते हैं की पुछ रहे हैं ये टेबल मैं दिखाई जाऊँगा तुहानूं बार बार विचों आपां नूं पहला जिहड़ा क्वेश्चन इहने किहा ये कहंदा फाइंड मार्जिनल प्रोबेबिलिटी ऑफ एक्स एंड वाई एक्स ते वाई की मार्जिनल प्रोबेबिलिटी पता करो तो वो आप कर ली है पता ठीक है। वो की आऊगी आप टेबल बना लेने एक्स दियां वैल्यू ते वाई दियां वैल्यू एक्स दियां वैल्यूज़ ते फंक्शन दी आउटपुट एक्स दियां वैल्यू कितनी 4 1 2 3 4 पहली तो प्रोबेबिलिटी कितनी आ पई एक्स 10/36 दूजी तो कितनी F2 भरदे हैं फिर 10/36 तीजी तो 7/36 चौथी तो 9/36 ये प्रोबेबिलिटी मास फंक्शन ऑफ एक्स बन गया। हुण प्रोबेबिलिटी मास फंक्शन ऑफ वाई किवें कढांगे वाई का दूजा कॉलम जिहड़ा आपां कैलकुलेट कीता होया वाई दी वैल्यू कितनी 0 1 2 3 FY 0 तो कितनी 9/36
ਸੌਖਾ ਹੀ ਹੈ ਕੰਮ, ਐਡਾ ਔਖਾ ਨਹੀਂ ਆ। 9/36 ਫੇਰ ਉਸ ਤੋਂ ਬਾਅਦ 8/36, ਉਸ ਤੋਂ ਬਾਅਦ 10/36। ਇਹ ਆ ਗਿਆ 1 ਆ ਜਿਹੜਾ ਲਾਸਟ ਵਾਲਾ, ਉਹਨੂੰ ਨਹੀਂ ਸ਼ਾਮਿਲ ਕਰਨਾ ਵਿੱਚ, ਇਹਨੂੰ ਨਾ ਸ਼ਾਮਿਲ ਕਰ ਲਿਓ ਕਿਤੇ। ਪਹਿਲਾ ਪਾਰਟ ਹੋ ਗਿਆ। ਦੂਸਰਾ ਪਾਰਟ ਕੀ ਹੈ, ਇਹ ਕਹਿੰਦਾ ਪ੍ਰੋਬੇਬਿਲਿਟੀ x ਲੈਸ ਦੈਨ 2 ਅਤੇ y ਲੈਸ ਦੈਨ ਇਕੁਅਲ ਟੂ 1 ਇਹ ਕੈਲਕੂਲੇਟ ਕਰੋ। ਰਾਜੇ ਜਦੋਂ ਇਹ ਚੀਜ਼ ਆ ਗਈ, ਇਹਦੇ 'ਚ ਨਾ ਇੱਕ ਚੀਜ਼ ਨੂੰ ਫਿਕਸ ਕਰਕੇ ਰੱਖਣਾ ਤੁਸੀਂ, ਉਹਦੇ ਵੱਲ ਧਿਆਨ ਨਹੀਂ ਦੇਣਾ, ਅਤੇ ਦੂਸਰੀ ਚੀਜ਼ ਨੂੰ ਖੋਲ੍ਹਣਾ ਸ਼ੁਰੂ ਕਰ ਦੇਣਾ। ਜਿਵੇਂ ਇਹਨੂੰ ਫੜ ਲਿਆ, ਬਸ ਇਹਨੂੰ ਫਿਕਸ ਕਰ ਲਿਆ, ਕੀ ਆ ਗਿਆ x ਲੈਸ ਦੈਨ 2, y ਕੀ ਆਊਗਾ 1, y 1 ਤੋਂ ਛੋਟਾ ਜਾਂ ਬਰਾਬਰ ਹੋਣਾ ਚਾਹੀਦਾ, ਸੋ 1 ਵੀ ਹੋ ਗਿਆ ਹੈ ਨਾ। ਫਿਰ x ਲੈਸ ਦੈਨ 2, y ਕੀ ਹੋ ਸਕਦਾ 0। ਫਿਰ ਇਸ ਤੋਂ ਗਾਂਹ ਜਾਊਗਾ y ਨਹੀਂ, ਖਤਮ ਹੋ ਗਿਆ। ਹੁਣ ਇਹਨੂੰ ਖੋਲ੍ਹੋ, ਮਤਲਬ ਇੱਕ ਨੂੰ ਫਿਕਸ ਕਰ ਲਓ, ਫਿਰ ਦੂਜੇ ਨੂੰ ਖੋਲ੍ਹੋ। ਚਲੋ ਜੇ x ਲੈਸ ਦੈਨ 2 ਆ, ਮਤਲਬ x ਕੀ ਹੋਣਾ ਚਾਹੀਦਾ, ਜਾਂ ਇਕੱਲਾ 1, 2 ਤੋਂ ਛੋਟਾ ਨਾ, ਕੀ ਹੋਊਗਾ x 1 ਹੋ ਸਕਦਾ, ਨਾਲ ਵਾਲਾ ਹੁਣ ਉਵੇਂ ਫਿਕਸ ਰਹਿਣ ਦਿਓ, 1 ਨਾਲ ਵਾਲਾ ਫਿਕਸ ਰਹਿਣ ਦਿਓ। ਹੁਣ x 1 1 ਤੇ ਵੈਲਿਊ ਕੀ ਸੀਗੀ ਟੇਬਲ ਦੀ 1 1 3/36, x 1 y 0 ਤੇ 3/36, x 1 y 0 3/36, ਇਹ ਹੈਗਾ 6/36, ਜਾਣੀ ਕਿ 1/6 ਤੁਹਾਡਾ ਆਨਸਰ ਆ ਗਿਆ। ਠੀਕ ਹੈ। ਉਸ ਤੋਂ ਬਾਅਦ ਇਹ ਤੀਸਰਾ ਕੁਐਸਚਨ ਪੁੱਛ ਰਿਹਾ ਕਿ ਪ੍ਰੋਬੇਬਿਲਿਟੀ x ਲੈਸ ਦੈਨ 3 ਕੈਲਕੂਲੇਟ ਕਰੋ। ਇਹਦਾ ਮਤਲਬ ਸਮਝੋ ਰਾਜੇ, ਇਹਦਾ ਮਤਲਬ ਕਹਿੰਦਾ ਯਾਰ y ਆ ਜੋ ਮਰਜ਼ੀ ਹੋਵੇ, ਇਹਨੂੰ ਦੋ ਤਰੀਕਿਆਂ ਨਾਲ ਕੈਲਕੂਲੇਟ ਕਰ ਸਕਦੇ ਹਾਂ। ਜਾਂ ਤਾਂ ਤੁਸੀਂ ਇਕੱਲੇ x ਦੀ ਫੰਕਸ਼ਨ ਨਾਲ ਮਦਦ ਨਾਲ ਕੈਲਕੂਲੇਟ ਕਰ ਲਓ, ਜਾਂ ਇਹਨੂੰ ਡਾਇਰੈਕਟ ਵੀ ਕਰ ਸਕਦੇ ਹਾਂ। ਮੈਂ ਦੋਵਾਂ ਤਰੀਕਿਆਂ ਨਾਲ ਕਰਕੇ ਦਿਖਾਉਣਾ। x ਆ ਜਿਹੜਾ ਕੀ ਹੋ ਸਕਦਾ, ਜਾਂ ਤਾਂ 2 ਹੋ ਸਕਦਾ ਜਾਂ 1 ਹੋ ਸਕਦਾ, ਦੋ ਹੀ ਆ। ਸੋ 2 ਤੇ ਵੈਲਿਊ ਕਿੰਨੀ ਆ, ਆਹ ਇਕੱਲਾ ਫੰਕਸ਼ਨ ਪਿਆ ਆਪਣਾ x ਵਾਲਾ 10/36, 10/36 ਕਿੰਨਾ ਆ ਗਿਆ ਇਹ 20/36। ਹੁਣ ਜੇ ਇਹਨੂੰ ਡਾਇਰੈਕਟ ਇੱਥੋਂ ਕਰਨਾ ਹੋਵੇ, ਕਿਵੇਂ ਕਰੀਏ ਫਿਰ? ਜੇ ਮੰਨ ਲਓ x ਲੈਸ ਦੈਨ 3 ਹੈ, ਇਹਨੂੰ ਕੈਲਕੂਲੇਟ ਕਰਨਾ, ਇਹਦਾ ਮਤਲਬ ਸਮਝੋ ਕੀ ਹੈ। ਪਹਿਲਾਂ ਤਾਂ ਇਹਨੂੰ ਖੋਲ ਲਓ, x ਲੈਸ ਦੈਨ x ਕੀ ਹੋ ਸਕਦਾ 2 ਅਤੇ x 1 ਉਹੀ ਹੈ ਨਾ, 3 ਤਾਂ ਹੋ ਹੀ ਨਹੀਂ ਸਕਦਾ, ਅਤੇ x ਦੀ ਵੈਲਿਊ 0 ਵੀ ਨਹੀਂ ਹੈ। ਆਹ ਸਾਰੀਆਂ ਦਿੱਤੀਆਂ ਹੋਈਆਂ x ਦੀਆਂ ਵੈਲਿਊ 2 ਅਤੇ 3। ਹੁਣ y ਦੀਆਂ ਵੈਲਿਊ ਵੀ ਇਹਦੇ ਵਿੱਚ ਆ ਰਾਜੇ, ਜੇ ਦੇਖਿਆ ਜਾਵੇ ਨਾ x 2 ਆ ਅਤੇ y ਕੀ ਹੈ, y ਹੈ ਨਾ ਜਿਹੜੀ 0 ਤੋਂ 3 ਇਹਦੇ ਵਿੱਚ ਆ, ਉਹਨੇ ਮੈਂਸ਼ਨ ਨਹੀਂ ਕੀਤੀ। ਇਹਦਾ ਮਤਲਬ y ਹੈ ਨਾ ਜਿਹੜੀ, ਇਹ 0 ਤੋਂ 3 ਇਹਦੇ ਵਿੱਚ ਆ, ਤਾਂ ਹੀ ਉਹਨੇ ਮੈਂਸ਼ਨ ਨਹੀਂ ਕੀਤੀ। ਜਦੋਂ ਮੈਂਸ਼ਨ ਨਹੀਂ ਨਾ ਕੀਤੀ ਹੁੰਦੀ, ਇਹਦਾ ਮਤਲਬ y ਕੁਛ ਵੀ ਹੋ ਸਕਦੀ ਹੈ, ਕੁਛ ਵੀ ਮਤਲਬ ਸਾਰੀਆਂ ਹੀ ਵੈਲਿਊ ਅਟੇਨ ਕਰੂਗੀ ਉਹ। ਸੋ ਇਹਨੂੰ ਖੋਲ੍ਹੋ ਇਕੱਲੇ ਨੂੰ, ਹੁਣ ਇਹਨੂੰ ਫਿਕਸ ਕਰ ਲਓ, ਇਹਨੂੰ ਖੋਲ੍ਹੋ। ਵੈਸੇ ਪਹਿਲਾਂ ਵਾਲਾ ਤਰੀਕਾ ਜ਼ਿਆਦਾ ਸੌਖਾ ਲੱਗੂਗਾ ਤੁਹਾਨੂੰ। 2 y 0 x 2 y 1 x 2 y 2 x 2 y 3, ਇੱਕ ਪੂਰਾ ਹੋ ਗਿਆ। ਹੁਣ ਦੂਸਰੇ ਦੀ ਵਾਰੀ, x 1 ਤਾਂ ਫਿਕਸ ਹੀ ਰਹੂਗਾ, y ਕੀ ਹੋ ਸਕਦੀ ਪਹਿਲਾਂ 0, ਫਿਰ x 1 ਫਿਕਸ ਰਹੂਗਾ, y ਕੀ ਹੋ ਸਕਦਾ 1, x 1 ਫਿਕਸ ਰਹੂਗਾ, y ਕੀ ਹੋ ਸਕਦਾ 2, x 1 ਫਿਕਸ ਰਹੂਗਾ, y ਕੀ ਹੋ ਸਕਦਾ 3। ਇਹ ਵੈਲਿਊ ਆ ਗਈਆਂ। ਹੁਣ ਇਹਦੀ ਵੈਲਿਊ ਦੇਖੋ ਜੁਆਇੰਟ ਟੇਬਲ 'ਚੋਂ, 2 0 ਪਹਿਲੀਆਂ ਦੇਖੋ ਕੀ ਹੈ 2 0 ਹੈ ਨਾ, 2 1 2 3 ਨਹੀਂ 2 2, ਇਹ 2 3 ਆ ਪਈ, ਜਾਣੀ ਕਿ ਸੈਕਿੰਡ ਰੋ 'ਚ ਸਾਰੀਆਂ ਵੈਲਿਊਜ਼ ਆ ਅਤੇ ਇਹਨਾਂ ਦਾ ਸਮ ਕੀ ਆਊਗਾ ਉਹ 10/36। ਅਤੇ ਆਪਾਂ ਪਹਿਲਾਂ ਵਾਲੇ ਜਿਹੜਾ ਇਹ ਪੋਰਸ਼ਨ ਕੀਤਾ ਉਹਦੇ 'ਚ ਇਹੀ ਲਾਇਆ ਨਾ 10/36। ਸੋ ਇਹਨਾਂ ਸਾਰੀਆਂ ਦਾ ਸਮ ਆ ਜਿਹੜਾ ਉਹ 10/36 ਬਣ ਜਾਣਾ, ਤਾਂ ਹੀ ਉੱਥੇ ਡਾਇਰੈਕਟ ਹੋ ਗਿਆ। ਹੁਣ ਆਹ ਦੇਖੋ x 1 0 ਮਤਲਬ 1 0 3/36, 1 1 3/36, 1 2 2/36, 1 3 2/36। ਇਹਨਾਂ ਸਾਰੀਆਂ ਦਾ ਜੋੜ ਆ ਨਾ, ਇਹਦੇ ਸਮ ਪਾਇਆ ਹੋਇਆ, ਇਹ ਕਿੰਨਾ ਬਣ ਜੂਗਾ 10/36। ਅਲਟੀਮੇਟਲੀ 20/36 ਕੋਈ ਫੇਰ ਆ ਗਿਆ ਨਾ,
ਸਮਝ ਲੱਗੀ। ਸੋ ਇਹਨੂੰ ਇਦਾਂ ਵੀ ਕਰ ਸਕਦੇ ਆਪਾਂ, ਜਿਵੇਂ ਤੁਹਾਡੀ ਮਰਜ਼ੀ ਆ ਕਰ ਲਿਓ। ਜੇ ਕਈ ਵਾਰੀ ਇਕੱਲਾ ਫੰਕਸ਼ਨ ਨਹੀਂ ਕੱਢਿਆ ਹੁੰਦਾ ਪਹਿਲਾਂ ਤਾਂ ਐਂ ਕਰ ਸਕਦੇ। ਉਸ ਤੋਂ ਬਾਅਦ ਇਹ ਅਗਲਾ ਪਾਰਟ ਆ ਜਿਹੜਾ ਚੌਥਾ ਪਾਰਟ, ਇਹ ਪੁੱਛਦਾ, ਇਹ ਕਹਿੰਦਾ ਫਾਈਂਡ ਕਰੋ x ਲੈਸ ਦੈਨ 3 y ਲੈਸ ਦੈਨ 2। ਠੀਕ ਆ। ਹੁਣ ਇਹਦੇ 'ਚ ਉਹੀ ਗੱਲ ਫੇਰ ਆ ਗਈ, ਮੈਂ ਜਿਵੇਂ ਤੇ ਪਹਿਲਾਂ ਤੁਹਾਨੂੰ ਦੱਸਿਆ ਸੀ, ਇੱਕ ਨੂੰ ਫਿਕਸ ਕਰ ਲਈਦਾ ਹੁੰਦਾ, ਦੂਜੇ ਨੂੰ ਨਹੀਂ। ਆਈ ਥਿੰਕ ਇਹ ਹੋ ਗਿਆ ਸੀ ਕੁਐਸਚਨ ਇਹ ਜਿਹਾ, ਹੈ ਨਾ। ਚਲੋ ਕਰ ਲੈਂਦੇ ਹਾਂ ਫਿਰ ਵੀ। x ਲੈਸ ਦੈਨ 3 ਫਿਕਸ ਕਰ ਲਿਆ, y ਕੀ ਹੋ ਸਕਦਾ 2 ਹੋ ਸਕਦਾ, ਫਿਰ y ਕੀ ਹੋ ਸਕਦਾ 1 ਹੋ ਸਕਦਾ, ਫਿਰ y ਕੀ ਹੋ ਸਕਦਾ 0 ਹੋ ਸਕਦਾ। ਹੁਣ ਇਹਨੂੰ ਖੋਲੋ। ਠੀਕ ਹੈ ਰਾਜੇ, ਇੱਕ ਚੀਜ਼ ਆ, ਜੇ ਇਹਨੂੰ ਨਾ ਡਾਇਰੈਕਟ ਦੇਖਣਾ ਹੋਵੇ, ਇਹਨੂੰ ਖੋਲ੍ਹਣ ਤੋਂ ਚੰਗਾ ਦੇਖੋ y ਕੀ ਹੈ 2, ਜਾਣੀ ਕਿ y2 ਕਿੱਥੇ ਆ ਪਈ, ਹੈ ਨਾ। ਇਸ ਰੋ 'ਚ x ਲੈਸ ਦੈਨ 3 ਆ, ਮਤਲਬ ਇਹਦੇ ਤੋਂ ਉੱਪਰ ਇੱਥੋਂ ਉੱਪਰ। ਸੋ ਇਸ ਰੋ 'ਚ ਇੱਥੋਂ ਉੱਪਰ ਵਾਲੀਆਂ ਦਾ ਜੋੜ ਕਰ ਦਿਓ। ਸਮਝ ਲੱਗੀ। ਇਹ ਰੋ ਨਹੀਂ ਕਹਿਣਾ ਸੀ, ਮੈਂ ਕਾਲਮ ਕਹਿਣਾ ਸੀ। ਇਸ ਕਾਲਮ 'ਚ 3 ਤੋਂ ਉੱਪਰ ਵਾਲੇ 1/36, 4/36, 2/36 ਕਿੰਨਾ ਆਊਗਾ 4 ਤੱਕ 5, 7/36। ਪਹਿਲੇ ਦੀ ਵੈਲਿਊ 7/36 ਹੋਊਗੀ। ਹੁਣ ਦੇਖੋ ਅਗਲੇ 'ਚ ਫੇਰ ਸਿੱਖੋ। y ਕੀ ਹੈ 1, ਇਹ ਕਾਲਮ ਨੂੰ ਸਿਲੈਕਟ ਕਰ ਲਿਆ। ਹੁਣ x ਕੀ ਹੈ ਲੈਸ ਦੈਨ 3, ਜਾਣੀ ਕਿ 3 ਤੋਂ ਉੱਪਰ ਕਿਹੜਾ ਆ ਜਾਊਗਾ, ਇੱਕ ਇਹ, ਇਹਨਾਂ ਦਾ ਸਮ ਕਰੋ 3 3 6 ਤੇ 1 7/36। ਸਮਝ ਲੱਗੀ। ਫਿਰ y 0, एक कॉलम सिलेक्ट कर लिया। x की है लेस दैन 3, मतलब 1 2 3 कितना आया 3 3 4 3 7 ਤੇ 8/36। ਇਹ ਸਾਰਿਆਂ ਦਾ ਸਮ ਕਰ ਦਿਓ, ਕਿੰਨਾ ਆਇਆ 8 7 15 ਤੇ 22/36। ਇਹ ਤੁਹਾਡਾ ਆਨਸਰ ਆ ਗਿਆ। ਜੇ ਇਹਨੂੰ ਦੂਜੇ ਤਰੀਕੇ ਨਾਲ ਖੋਲ੍ਹਿਆ ਹੁੰਦਾ, ਮਤਲਬ y ਲੈਸ ਦੈਨ 2 ਨੂੰ ਫਿਕਸ ਕਰ ਲੈਂਦੇ। x ਪਹਿਲਾਂ ਕੀ ਹੋਣਾ ਸੀਗਾ 3, ਫਿਰ x ਕੀ ਹੋਣਾ ਸੀਗਾ 2, ਫਿਰ ਇਹ ਦੂਜਾ ਤਰੀਕਾ ਵੀ ਹੋ ਸਕਦਾ ਨਾ, ਫਿਰ x ਕੀ ਹੋ ਸਕਦਾ 1, ਫਿਰ x ਕੀ ਹੋ ਸਕਦਾ 0। ਨਾ 0 ਨਹੀਂ, 0 ਹੈ ਹੀ ਨਹੀਂ। ਫਿਰ ਤੁਸੀਂ ਕੀ ਕਰਨਾ ਸੀਗਾ, x3 ਕਿਹੜਾ ਆ ਪਿਆ, ਜਾਣੀ ਕਿ ਇਹ ਰੋ ਸਿਲੈਕਟ ਹੋ ਜਾਣੀ ਸੀਗੀ, ਹੈ ਨਾ। ਤੇ y ਕਿੰਨੀ ਆ ਲੈਸ ਦੈਨ 2 ਸਾਰਿਆਂ 'ਚ ਹੀ, ਜਾਣੀ ਕਿ ਇਹ ਰੋ 'ਚ y ਕਿੱਥੋਂ ਜਾਂਦੀ ਹੈ, ਆ ਪਈ ਪਹਿਲੀ 0 1 2, ਇੱਥੋਂ ਪਿੱਛੇ ਵਾਲੀਆਂ ਇੱਥੋਂ ਤੱਕ ਇਹਨਾਂ ਸਾਰੀਆਂ ਦਾ ਸਮ ਕਰ ਦਿਓ। ਥਰਡ ਰੋ 'ਚ ਜਾਣੀ ਕਿ x ਰੋ ਨੂੰ ਰਿਪਰੈਜ਼ੈਂਟ ਕਰਦਾ, y ਕਾਲਮ ਨੂੰ ਰਿਪਰੈਜ਼ੈਂਟ ਕਰਦਾ। ਹੁਣ ਇਹਦੇ ਤੇ ਥਰਡ ਰੋ ਫਿਕਸ ਹੋਈ ਆ, ਕਾਲਮਸ ਇੱਥੋਂ ਦੇਖਣੇ ਆਪਾਂ, ਮਤਲਬ ਥਰਡ ਰੋ ਫਿਕਸ ਕਰਕੇ 2 ਤੋਂ ਕਿਉਂਕਿ y ਲੈਸ ਦੈਨ ਇਕੁਅਲ ਟੂ 2 ਆ, 2 ਤੋਂ ਲੈ ਕੇ ਪਿਛਲੇ ਸਾਰੇ ਕਾਲਮ ਜੋੜ ਦਿਓ, 1 1 2 ਤੇ 2 4 6/36। ਹੁਣ ਸੈਕਿੰਡ ਰੋ ਫਿਕਸ ਕਰ ਲਓ, ਕਾਲਮ ਕਿੰਨੇ ਜੋੜਨੇ ਆ 2 ਤੋਂ ਲੈ ਕੇ, 2 ਕਿਹੜਾ ਆ ਪਿਆ, ਕਿੰਨੇ ਆ 4 3 7 ਤੇ 1 8। ਫਿਰ ਫਸਟ ਰੋ ਸਿਲੈਕਟ ਕਰ ਲਓ, ਕਿਉਂਕਿ ਇੱਥੇ 1 ਦਿੱਤਾ ਹੋਇਆ, ਜੋੜੋ 1 ਇਹ 2 3 ਇੱਥੋਂ 2 ਪਿਆ, 2 3 5 ਤੇ 3 8/36। 8 8 16 ਤੇ 6 ਕਿੰਨਾ ਹੁੰਦਾ 22/36। ਦੇਖੋ ਸੇਮ ਆ ਗਿਆ ਨਾ ਆਨਸਰ। ਸੋ ਇਹਨੂੰ ਇੱਦਾਂ ਵੀ ਕਰ ਸਕਦੇ। ਉਸ ਤੋਂ ਬਾਅਦ ਇਹਨਾਂ ਨੇ ਕੰਡੀਸ਼ਨਲ ਪ੍ਰੋਬੇਬਿਲਿਟੀ ਦੀ ਗੱਲ ਕੀਤੀ ਆ। ਰਾਜੇ ਕੰਡੀਸ਼ਨਲ ਪ੍ਰੋਬੇਬਿਲਿਟੀ 'ਚ ਇੱਕ ਚੀਜ਼ ਯਾਦ ਰੱਖਿਓ, ਤੁਹਾਨੂੰ ਹਮੇਸ਼ਾ ਹੀ ਜਿਹੜਾ ਹੈਗਾ ਮਾਰਜਨਲ ਫੰਕਸ਼ਨ ਦੀ ਲੋੜ ਹੁੰਦੀ ਆ। ਠੀਕ ਆ, ਇਹ ਚੀਜ਼ ਯਾਦ ਰੱਖਿਓ। ਸੋ ਇਹ ਕਹਿੰਦਾ ਪਹਿਲਾਂ ਤਾਂ ਇਹ ਫੰਕਸ਼ਨ ਕੱਢੋ, ਮਤਲਬ ਇਹ ਕਹਿ ਰਿਹਾ, ਇਹਨੂੰ ਇੱਦਾਂ ਵੀ ਲਿਖ ਸਕਦੇ ਹਾਂ। ਇੱਕ ਚੀਜ਼ ਯਾਦ ਰੱਖਿਓ, ਇਹਦੇ 'ਚ y ਕੌਂਸਟੈਂਟ ਆ, ਕਿਉਂਕਿ ਇਹ ਆ ਚੁੱਕਿਆ ਨਾ, ਜਿਹੜਾ ਆ ਚੁੱਕਿਆ ਬਦਲਣਾ ਨਹੀਂ ਜਿਹੜਾ ਉਹ ਕੌਂਸਟੈਂਟ ਆ। ਇਹਨੂੰ ਆਪਾਂ ਐਂ ਲਿਖ ਸਕਦੇ ਹਾਂ, ਪਹਿਲਾਂ ਤਾਂ ਦੋਹਾਂ ਦੀ ਇੰਟਰਸੈਕਸ਼ਨ ਨੂੰ ਇੱਥੇ ਆਪਾਂ ਕੌਮਾ ਪਾ ਕੇ ਲਿਖਦੇ ਹਾਂ। ਠੀਕ ਆ, ਵੀ ਇਹ ਵੀ ਹੋ ਸਕਦਾ ਵੀ ਇਹ ਤੇ ਇਹ ਇਕੱਠਾ ਆ ਗਿਆ, ਅਤੇ ਉਸ ਤੋਂ ਬਾਅਦ ਜਿਹੜੇ ਨੀਚੇ ਵਾਲੀ ਪ੍ਰੋਬੇਬਿਲਿਟੀ ਐਂ ਰਹਿ ਜਾਣੀ ਆ। ਠੀਕ ਹੈ, ਹੁਣ ਸਭ ਤੋਂ ਪਹਿਲਾਂ ਇਹਨੂੰ ਭੁੱਲ ਜਾਓ, ਇਹ ਨਹੀਂ ਆਪਾਂ ਐਂ ਲਿਖਿਆ ਕਰਾਂਗੇ, ਬੁੱਕ 'ਚ ਵੀ ਐਂ ਲਿਖਿਆ ਹੋਇਆ x1 y1। ਇਹਨਾਂ ਨੇ ਪਤਾ ਕੀ ਦਿੱਤਾ, ਇਹਨਾਂ ਨੇ ਆਹ ਦੇਖੋ ਕੁਐਸਚਨ 'ਚ ਲਿਖਿਆ ਹੋਇਆ ਕਿ y1 ਗਿਵਨ ਆ, ਸੋ y ਦੀ ਵੈਲਿਊ ਹਮੇਸ਼ਾ ਹੀ 1 ਰਹੂਗੀ। ਸੋ ਐਂ ਕਰੋ, ਪਹਿਲਾਂ ਤਾਂ ਨਾ ਇੱਥੇ y ਦੀ ਵੈਲਿਊ 1 ਕਰੋ। ਠੀਕ ਹੈ ਜੀ,
ਹੁਣ ਜਦੋਂ y ਦੀ ਵੈਲਿਊ 1 ਆ ਗਈ, ਜਿਹੜੀ ਤਾਂ y ਦੀਆਂ ਵੈਲਿਊ ਦਿੱਤੀਆਂ ਹੋਈਆਂ ਭਰੀਆਂ ਹੋਈਆਂ ਉਹ ਤਾਂ ਫਿਕਸ ਕਰ ਦਿਓ, ਹੈ ਨਾ। ਜਿਵੇਂ ਇਹਦੀ y ਦੀ ਵੈਲਿਊ ਇਹ ਆ ਗਈ x, y ਦੀ ਵੈਲਿਊ 1। ਵੈਸੇ y ਦੀ ਵੈਲਿਊ 1 ਤੇ ਕਿੰਨੀ ਆ, ਆਹ ਦੇਖੋ ਆਹ 1, ਇੱਦਾਂ ਜੋੜਦੇ ਜਾਓ ਜੋੜਦੇ ਜਾਓ ਜੋੜਦੇ ਜਾਓ, ਆਹ ਪਈ ਆ y = 1 ਤੇ ਵੈਲਿਊ ਕਿੰਨੀ ਆ ਇਹ 9/36, 9/36 ਭਰਤੀ। ਜੋ ਭਰਿਆ ਗਿਆ। ਹੁਣ ਐਂ ਕਰੋ, x ਦੀਆਂ ਵੈਲਿਊ ਹੁਣ ਬਦਲਣੀਆਂ ਸ਼ੁਰੂ ਕਰੋ। ਕਿੱਥੋਂ ਸ਼ੁਰੂ ਹੁੰਦੀ ਹੈ x 1 ਤੋਂ, ਇਹਦੇ 'ਚ ਭਰੋ, ਇਹਦੇ 'ਚ ਨਹੀਂ ਭਰਨੀ, ਹੁਣ ਇਹਨੂੰ ਰਹਿਣ ਦਿਓ। ਇਹਦੀ ਇਹ ਵੈਲਿਊ ਆ ਗਈ ਨਾ, ਹੁਣ x 1 ਕਿੰਨਾ 1 3/36 ਆਇਆ, ਕਿੰਨਾ 9/36, ਕਿੰਨਾ ਆਊਗਾ ਇਹ 1/3। ਫਿਰ x2 y ਨਹੀਂ ਬਦਲ ਸਕਦੇ, नीचे 9/36 रहना। 2x2 y की है 1 की आऊगा आप है 3/36, नीचे 9/36 कितना आया 1/3। फिर x3 y1, सारा कुछ एक एग्जाम्पल जी आ गया। मैं हमेशा यही कराना हुन्ना। 9/36 x3 y1 1/36 ला दो ऊपर, 1/9 आ गया। फिर उस तो बाद x4 y1, कितना होगा x4 y1 2/36, 2/9। सो इनू उस तो बाद तुसी एक टेबल च लिख देना। टेबल किवें बनाउणा, जिवें पहिलां बनाया होया वा आपां बनाउने आ हमेशा ही। ये आ गई x दी वैल्यू, इत्थे x = x, y = 1 ये लिखना, ठीक है। x बुक च दिता होया आ दे, x दी वैल्यू 1 सी, 2 सी, फिर 3 हुई, फिर 4 हुई, तो वैल्यू कितनी आई प्रोबेबिलिटी कंडीशनल फंक्शन दी 1/3 आई, फिर 1/3, फिर 1/9, 2/9, ठीक है। ये कंडीशनल प्रोबेबिलिटी फंक्शन आ गया। हुण जिवें अगला क्वेश्चन आ, उस ही पार्ट 'ਚ ਇਹਨੇ ਇਹ ਵੀ ਕਿਹਾ ਹੋਇਆ ਵੀ ਕੰਡੀਸ਼ਨਲ ਪ੍ਰੋਬੇਬਿਲਿਟੀ ਦੱਸੋ ਜਦੋਂ x2 ਦਿੱਤਾ ਹੋਇਆ ਤਾਂ y ਦੀ ਪ੍ਰੋਬੇਬਿਲਿਟੀ। ਸੋ ਉਹ ਕੀ ਬਣ ਜਾਊਗਾ ਫਿਰ, y = y, x ਆ ਜਿਹੜਾ ਉਹ 2 ਦਿੱਤਾ ਹੋਇਆ, ਸੋ ਇਹ ਕੀ ਆਊਗਾ x2, x ਨੂੰ ਮੂਹਰੇ ਰੱਖਦੇ ਹੁੰਦੇ ਆਪਾਂ, y ਤੇ ਜਿਹੜਾ ਨੀਚੇ ਹੈ ਇਹਦੀ ਪ੍ਰੋਬੇਬਿਲਿਟੀ x2 ਦੇ ਉੱਪਰ। ਹੁਣ ਇਹਦੇ 'ਚ ਵੈਲਿਊ ਭਰਨੀਆਂ ਸ਼ੁਰੂ ਕਰ ਦਿਓ। y ਦੀ ਵੈਲਿਊ ਕਿੰਨੀ ਸ਼ੁਰੂ ਹੁੰਦੀ ਹੈ ਪਹਿਲਾਂ 0 x2 ਤੇ, ਸੋ ਇਹ ਆ ਜੂਗੀ x2। ਪਹਿਲਾਂ ਤਾਂ ਇਹਦੀ ਵੈਲਿਊ ਭਰ ਲਓ ਜਿਹੜੀ ਦਿੱਤੀ ਹੈ x2 ਤੇ। x2 ਦੀ ਵੈਲਿਊ ਕਿੰਨੀ ਆ, ਆ ਪਈ ਇੱਥੇ ਸਾਹਮਣੇ ਜਾ ਕੇ, ਆ ਜਿਹੜਾ ਇਹਨੂੰ ਜੋੜ ਲਓ 10/36। ਸੇਮ ਹੀ ਹੈ ਕੁਐਸਚਨ, ਪੂਰਾ ਨਹੀਂ ਕਰਵਾਉਣਾ ਮੈਂ ਇਹ ਕਿਉਂਕਿ ਸੇਮ ਹੀ ਆ। 10/36 ਇਹ ਆ ਗਿਆ। ਸੋ ਇਹਦੇ 'ਚ ਵੈਲਿਊ ਭਰਨੀਆਂ ਸ਼ੁਰੂ ਕਰੋ। x2 y0 नीचे 10/36, x2 0 देखो कितने है x2 है तो y की है 0, कितना आया आ पिया 1/36, नीचे 10/36 की आ गया है 1/10। इदा ही बाकी हुण प्रोबेबिलिटी दी y की वैल्यू 1, x2 की वैल्यू कढ़ लियो, 3 की कढ़ लियो, 4 की कढ़ लियो, तो एंड ते टेबल च लिख दिओ। तो टेबल इन्होंने ये बनाता एंड ते आ पिया, ठीक है। ये तुहाडी पहली एग्जाम्पल पूरी हो गई। अज का सारा लैक्चर इस एग्जाम्पल ते गया। तो कल नूं हुण मैं दूसरा प्रोबेबिलिटी कंटीन्यूस फंक्शन है जिहड़ा जॉइंट, उहदे ते गल करूँगा। मास फंक्शन हो गया राजे, इनू एक बार पढ़ लिओ, ठीक है। जे मान लो एक दा क्वेश्चन मैं तुहानूं दिखाउणा जिहदे च कॉन्सटेंट पुछण नूं कह दिंदे आ, कुछ है नहीं उहदे च, एवें बच्चे डर जाते हैं। जिवें मान लो ये चीज़ देती CXY है ना, x है जिहड़ा वो 0 1 2 है, 0 1 2 है, y है जिहड़ा वो 0 1 है। कह दिंदे फाइंड C सच दैट ये फंक्शन है जिहड़ा ये प्रोबेबिलिटी मास फंक्शन होवे। हुण की करोगे इहदे च, सम है जिहड़ा की होना चाहिए 1, तो किवें करोगे हुण x की वैल्यू कितनी होनी चाहिए 0 तो 2, y की वैल्यू कितनी होनी चाहिए है 0 तो 1,
ਤੇ ਇਹਦੇ 'ਚ fxy ਇਹ ਪੁੱਟ ਕਰ ਲਾਂਗੇ ਫੰਕਸ਼ਨ, ਉਹ ਕਿੰਨਾ ਹੋਣਾ ਚਾਹੀਦਾ 1। ਅਗਲੇ ਸਟੈਪ 'ਚ ਇਹਦੀ ਵੈਲਿਊ ਭਰ ਲਓ, ਕੀ ਹੈ cxy ਇਜ਼ ਇਕੁਅਲ ਟੂ ਕੀ ਆ ਗਿਆ 1। ਹੁਣ ਕਿਵੇਂ ਲੱਭੋਗੇ ਇਹਨੂੰ, ਇਹਦੇ 'ਚ x ਦੀ ਵੈਲਿਊ ਭਰੋ ਪਹਿਲਾਂ ਤਾਂ, ਕੀ ਆਈ 0 ਭਰੋਗੇ ਹੈ ਨਾ, y ਵਾਲਾ ਸਮੇਸ਼ਨ ਉਵੇਂ ਰੱਖ ਲਈਦਾ ਹੁੰਦਾ, x ਦੀ ਵੈਲਿਊ ਭਰੋ 0 0y, ਫਿਰ 1 1y, ਫਿਰ 2 2y, ਇਹ ਆ ਗਿਆ ਇਜ਼ ਇਕੁਅਲ ਟੂ 1। ਹੁਣ y ਦੀਆਂ ਵੈਲਿਊ ਭਰਨੀਆਂ, ਇਹਦੀ ਤਾਂ ਲੋੜ ਹੀ ਨਹੀਂ ਕਿਉਂਕਿ 0 ਆ ਗਿਆ, ਇਹ ਰਹਿ ਗਿਆ ਇਕੱਲਾ, ਠੀਕ ਹੈ। ਇਹਦੀ ਵੈਲਿਊ ਕਰੋ, ਕੀ ਆਊਗਾ y ਦੀ ਵੈਲਿਊ 0 ਭਰੋਗੇ, ਕੀ ਆਊਗਾ c1 0 c2 0, ਇਹ ਪੂਰੇ 'ਚ y ਦੀ ਵੈਲਿਊ ਭਰਤੀ, ਫਿਰ 1 ਭਰੋ c1y, ਇਹ ਮੈਂ ਤਾਂ ਕਹਿੰਦਾ ਕਈ ਵਾਰੀ ਨਾ ਇੱਥੇ y ਸਕੇਅਰ ਦਿੱਤਾ ਹੁੰਦਾ ਉਹ ਪੰਗਾ ਜਿਹਾ ਪੈ ਜਾਂਦਾ, ਫਿਰ c1 1 c2 1 ਇਜ਼ ਇਕੁਅਲ ਟੂ 1, ਇਹਨੂੰ ਜੋੜ ਲਓ, ਇਹ ਤਾਂ 0 ਹੀ ਆ, ਇਹ ਵੀ 0 ਹੀ ਆ, ਇਹ ਕਿੰਨਾ ਆ ਗਿਆ 3c ਇਜ਼ ਇਕੁਅਲ ਟੂ 1, c ਕੀ ਆ ਗਿਆ 1/3, ਸੋ ਕੌਂਸਟੈਂਟ ਪਤਾ ਲੱਗ ਗਿਆ ਆਪਾਂ ਨੂੰ, ਠੀਕ ਆ। ਸਿੱਧਾ ਜੇ ਕੁਐਸਚਨ ਹੁੰਦੇ ਆ ਬੱਚੇ ਐਵੇਂ ਡਰ ਜਾਂਦੇ ਆ ਇਹਨਾਂ ਨੂੰ ਦੇਖ ਕੇ। ਜੁਆਇੰਟ ਪ੍ਰੋਬੇਬਿਲਿਟੀ ਫੰਕਸ਼ਨ ਇਹ ਆਪਣਾ ਹੋ ਗਿਆ। ਹੁਣ ਮੈਂ ਕੰਟੀਨਿਊਸ ਦੇ ਕੇਸ 'ਚ ਕੱਲ੍ਹ ਨੂੰ ਡਿਸਕਸ ਕਰਦੇ ਹਾਂ।